अस्सलाम वालेकुम। मैं अपने दोस्त ਨੂੰ ਪੁੱਛਿਆ ਕਿ ਯਾਰ ਇਸ ਬੰਦੇ ਨੂੰ ਇਹ 3 ਸਾਲ ਹੋਏ ਨੇ ਯੂਰਪ ਆਇਆ ਤੇ ਇਤਨੀ ਜਲਦੀ ਨੇ ਕਿਸ ਤਰ੍ਹਾਂ ਤਰੱਕੀ ਕਰ ਲਈ ਨੇ, ਗੱਡੀਆਂ ਵੀ ਰੱਖੀਆਂ, ਨਿੱਕਾ ਭਰਾ ਵੀ ਮੰਗਾ ਲਿਆ ਹੈ, ਕਰੋੜਪਤੀ ਹੈ, ਬੜਾ ਠਾਠ ਬਾੜ ਚ ਫਿਰਦਾ ਹੈ। ਕਹਿੰਦਾ ਭਾਈ ਜੀ ਇਸ ਬੰਦੇ ਦਾ ਦਿਮਾਗ ਜਿਹੜਾ ਲੂੰਬੜੀ ਦਾ ਦਿਮਾਗ ਹੈ, ਬੜਾ ਇਹਨੇ ਦਿਮਾਗ ਇਸਤੇਮਾਲ ਕੀਤਾ ਹੈ। ਮੈਂ ਕਿਹਾ ਫੇਰ ਵੀ ਕੀ ਕੀਤਾ? ਕਹਿੰਦਾ ਭਾਈ ਜੀ ਯੂਰਪ ਆਇਆ, ਆਉਂਦਿਆਂ ਸਾਥ ਪਹਿਲਾਂ ਪੇਪਰ ਬਣਵਾਏ ਸੀ, ਉਸ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਬਣਵਾਇਆ ਸੀ। ਕਹਿੰਦਾ ਇੱਕ ਪਾਕਿਸਤਾਨੀ ਨਾਲ ਗੱਪ ਪਈ ਸੀ, ਉਹਦੀਆਂ 2 ਦੁਕਾਨਾਂ ਸੀ। ਉਹਨੂੰ ਕਹਿੰਦਾ ਯਾਰ ਇੱਕ ਦੁਕਾਨ ਮੈਨੂੰ ਦੇ ਦੇ, ਮੈਂ ਤੈਨੂੰ ਆਸਤਾ ਆਸਤਾ ਪੈਸੇ ਤੇਰੇ ਲਾ ਦਿਆਂਗਾ। ਕਹਿੰਦਾ ਉਹਨੇ ਦੁਕਾਨ ਇਹਨੂੰ ਦੇ ਦਿੱਤੀ। ਕਹਿੰਦਾ ਉਹਦੇ ਤੇ ਇਹਨੇ ਆਪਣਾ ਨਿੱਕਾ ਭਰਾ ਮੰਗਾ ਲਿਆ ਤੇ ਉਸ ਤੋਂ ਬਾਅਦ ਇਹ ਸੋਚਦਾ ਪਿਆ ਕਿ ਯਾਰ ਕੋਈ ਵੱਡਾ ਜਿਹਾ ਹੱਥ ਮਾਰਾਂ ਜਿਹਦੇ ਨਾਲ ਫਟੋਫਟ ਕਰੋੜਪਤੀ ਹੋ ਜਾ। ਕਹਿੰਦਾ ਉਹਦੇ 'ਚੋਂ ਇਹ ਕਾਮਯਾਬ ਹੀ ਹੋਇਆ। ਮੈਂ ਕਿਹਾ ਵੇ ਨਾ ਯਾਰ, ਮੈਨੂੰ 23 ਸਾਲ ਹੋ ਗਏ ਨੇ ਮਜ਼ਦੂਰੀ ਕਰਦਿਆਂ ਤੇ ਯਕੀਨ ਕਰੋ ਮਜ਼ਦੂਰੀ ਕਰ ਕਰਕੇ ਕਮਰ 'ਚ ਵੀ ਦਰਦ ਹੋ ਗਿਆ ਤੇ ਇੱਕ ਹੱਥ ਅੱਗੇ ਤੇ ਇੱਕ ਪਿੱਛੇ ਹੈ। 1 ਮਹੀਨੇ ਕੰਮ ਨਾ ਹੋਵੇ ਤੇ ਫਿਕਰ ਲੱਗ ਜਾਂਦੀ ਹੈ ਕਿ ਯਾਰ ਕਿੱਧਰ ਜਾਵਾਂਗੇ, ਕੋਈ ਕਿਰਾਇਆ ਕਿਸ ਤਰ੍ਹਾਂ ਦੇਵਾਂਗੇ। ਇਸ ਬੰਦੇ ਨੇ 3 ਸਾਲਾਂ 'ਚ ਇਤਨੀ ਤਰੱਕੀ ਕਰ ਲਈ ਹੈ। ਮੈਂ ਕਿਹਾ ਫੇਰ ਵੀ ਕੀਤਾ ਕੇਸ? ਕਹਿੰਦਾ ਭਾਈ ਜੀ ਯੂਰਪ ਦੇ ਸਾਰੇ ਕਾਨੂੰਨ ਜਾਣਦਾ ਹੈ, ਇਹਨੂੰ ਪਤਾ ਹੈ ਕਿ ਕਾਨੂੰਨ ਕੀ ਹੁੰਦਾ ਹੈ। ਮੈਂ ਕਿਹਾ ਫੇਰ ਵੀ ਯਾਰ ਕੀਤਾ ਕੇਸ? ਕਹਿੰਦਾ ਭਾਈ ਜੀ ਮੋਟਰਵੇ ਤੇ ਜਾਣ ਲੱਗਿਆ ਬੜੇ ਆਰਾਮ ਸਕੂਨ ਨਾਲ। ਕਹਿੰਦਾ ਭਾਈ ਹੋਰੀ ਮਿਊਜ਼ਿਕ ਸੁਣਦੇ ਜਾਂਦੇ ਸੀ ਪੇ, ਬੜਾ ਰਸ਼ ਆਇਆ ਟ੍ਰੈਫਿਕ ਦਾ। ਕਹਿੰਦਾ ਪਿੱਛੋਂ ਇੱਕ ਮਾਈ ਨੇ ਪੋਲਾ ਜਾਂ ਗੱਡੀ ਨੂੰ ਟੱਚ ਕੀਤਾ ਤੇ ਭਾਈ ਰਾਂ ਗੱਡੀ ਉੱਥੇ ਹੀ ਖਿਲਾ ਦਿੱਤੀ ਹੈ। ਕਹਿੰਦਾ ਗੱਡੀ ਉੱਥੇ ਖਿਲਾਈ ਹੈ, ਟ੍ਰੈਫਿਕ ਸਾਰੀ ਜਾਮ ਹੋ ਗਈ। ਮਾਈ ਬਾਹਰ ਨਿਕਲ ਕੇ ਢੇਰ ਰੋਲਾ ਪਾਇਆ ਕਿ ਤੇਰੀ ਗੱਡੀ ਤੇ ਇਤਨੀ ਟੱਚ ਨਹੀਂ ਹੋਈ ਜਿਤਨਾ ਤੂੰ ਚੁੱਪ ਕਰਕੇ ਬਹਿ ਰਹੇ, ਤੈਨੂੰ ਹੋਇਆ ਕੀ ਹੈ? ਉਹਨਾਂ ਬਾਰੀ ਖੋਲੀ, ਹਰ ਗੱਲ ਕੀਤੀ। ਭਾਈ ਰੀ ਕੋਈ ਨਾ ਬੋਲੇ। ਕਹਿੰਦਾ ਗੁੰਮ ਸੁਮ ਰਹੇ। ਉਹਨਾਂ ਆਖਿਆ ਬੋਲਣਾ ਨਹੀਂ, ਬਿਲਕੁਲ ਨਾ। ਉਹਨਾਂ ਨੂੰ ਸਾਰੇ ਕਾਨੂੰਨ ਦਾ ਪਤਾ ਸੀ। ਕਹਿੰਦਾ ਬੰਦੇ ਵੀ ਅੱਗੂ ਪਿੱਛੂ ਆ ਕੇ ਲਾਪੇ ਹੈਲੋ ਹੈਲੋ ਕਰਨ, ਬਾਰਲ ਕੋ ਨਾ ਭਾਈ ਹੋਰੀ ਬੋਲੇ। ਅੱਧੇ ਘੰਟੇ ਬਾਅਦ ਪੁਲਿਸ ਆਈ, ਪੁਲਿਸ ਨੇ ਵੀ ਆ ਕੇ ਬੁਲਾਇਆ ਚਲਾਇਆ, ਲੇਕਿਨ ਭਾਈ ਹੋਰੀ ਬਸ ਦੇਖਦੇ ਆ ਸੀ ਲੇਕਿਨ ਬੋਲਦੇ ਕੋ ਨਹੀਂ ਸੀ। ਪੁਲਿਸ ਕਹਿੰਦੀ ਹੈ ਕਿ ਸ਼ਾਇਦ ਇਹ ਜਿਹੜਾ ਡਿਪਰੈਸ਼ਨ ਟੁਰ ਗਿਆ ਗੱਡੀ ਨਾਲ ਟੱਚ ਹੋਣ ਦੀ ਵਜ੍ਹਾ ਨਾਲ। ਪੁਲਿਸ ਨੇ ਫਿਰ ਐਂਬੂਲੈਂਸ ਨੂੰ ਫੋਨ ਕੀਤਾ, ਉਹ ਐਂਬੂਲੈਂਸ ਆਈ, ਉਹਨੇ ਆ ਕੇ ਜਿਸ ਉਹਦਾ ਹਾਰਟ ਚੈੱਕ ਕੀਤਾ, ਉਹ ਵੀ ਕਹਿੰਦੇ ਨਾਰਮਲ ਹੈ। ਬਲੱਡ ਪ੍ਰੈਸ਼ਰ ਚੈੱਕ ਕੀਤਾ, ਉਹ ਵੀ ਨਾਰਮਲ। ਉਹ ਲੇਕਿਨ ਇਹ ਬੋਲਦਾ ਚੱਲਦਾ ਕੋਈ ਨਹੀਂ ਸੀ ਪਿਆ। ਉਹਨਾਂ ਵੀ ਆਖਿਆ ਐਂਬੂਲੈਂਸ ਸ਼ਾਇਦ ਇਹ ਡਿਪਰੈਸ਼ਨ 'ਚ ਟੁਰ ਗਿਆ ਗੱਡੀ ਨਾਲ ਟੱਚ ਹੋਣ ਤੋਂ ਬਾਅਦ। ਉਹਨਾਂ ਜਨਾਬ ਚੁੱਪ ਕਰਕੇ ਵੀਲ ਚੇਅਰ ਤੇ ਪਾਇਆ, ਉਹਨੂੰ ਪਾ ਕੇ ਤੇ ਆਪਣੀ ਐਂਬੂਲੈਂਸ 'ਚ ਪਾਇਆ, ਗੱਡੀ ਉਹਦੀ ਸਾਈਡ ਤੇ ਲਾਈ। ਫਿਰ ਟ੍ਰੈਫਿਕ ਖੁੱਲੀ। ਕਹਿੰਦੇ ਜਿਸ ਵੇਲੇ ਹਸਪਤਾਲ ਲੈ ਕੇ ਗਏ ਨੇ, ਨਿੱਕਾ ਭਰਾ ਫੋਨ ਕਰੇ ਅੱਗੋਂ ਭਾਈ ਹੋਰੀ ਫੋਨ ਕੋ ਨਾ ਚੁੱਕਣ। ਉੱਥੇ ਵੀ ਹਸਪਤਾਲ ਜਿਹੜਾ ਉਹ ਡਾਕਟਰ ਪੁੱਛਣ, ਗੱਲਬਾਤ ਕਰਨ, ਭਾਈ ਹੋਰੀ ਕੋਈ ਬੋਲਣ ਨਾ। ਡਾਕਟਰ ਆਖਣ ਕਿ ਇਹ ਜਿਹੜਾ ਡਿਪਰੈਸ਼ਨ 'ਚ ਟੁਰ ਗਿਆ। ਉਹਨਾਂ ਆਪਣੇ ਵਾਲੇ ਦਵਾਈ ਸ਼ਾਹੀ ਦਿੱਤੀ। ਦੂਜੇ ਦਿਨ ਜਿਸ ਵੇਲੇ ਭਰਾ ਆਇਆ, ਭਰਾ ਨੇ ਦੱਸਿਆ ਕਿ ਮੈਂ ਤੇ ਪਾਕਿਸਤਾਨ ਦੱਸ ਦਿੱਤਾ ਹੈ ਕਿ ਤੁਹਾਡਾ ਐਕਸੀਡੈਂਟ ਹੋਇਆ ਤੇ ਉਹਦੇ ਬੜੇ ਰੋਂਦੇ ਨੇ ਪਏ। ਉਹਨੇ ਆਖਿਆ ਚੁੱਪ ਕਰ ਜਾ, ਮੈਂ ਵੈਸੇ ਡਰਾਮਾ ਕੀਤੇ ਆ, ਤੂੰ ਕੋਈ ਗੱਲ ਨਾ ਕਰ, ਮੈਂ ਬਿਲਕੁਲ ਠੀਕ ਠਾਕ ਹਾਂ, ਤੂੰ ਚੁੱਪ ਕਰਕੇ ਹੁਣ ਦੁਬਾਰਾ ਨਾ ਇੱਥੇ ਆਵੀਂ ਜਿੰਨੀ ਦੇਰ ਮੈਂ ਨਾ ਫੋਨ ਕਰਾਂ। ਭਰਾ ਚੁੱਪ ਕਰਕੇ ਨਿੱਕਾ ਟੁਰ ਗਿਆ। ਉਹਨੇ ਘਰ ਦੱਸਿਆ ਕਿ ਭਾਈ ਹੋਰੀ ਠੀਕ ਠਾਕ ਨੇ। ਭਾਈ ਹੋਰੀ ਕਹਿੰਦੇ ਕੋਈ ਟੈਨਸ਼ਨ ਨਾ ਲਓ, ਮੈਂ ਗੱਲਬਾਤ ਕਰਕੇ ਆਇਆ। ਉਹਨਾਂ ਕਿਹਾ ਠੀਕ ਹੈ ਜਨਾਬ। ਕਹਿੰਦਾ ਡਾਕਟਰ ਆਏ, ਡਾਕਟਰਾਂ ਆ ਕੇ ਪੁੱਛਿਆ ਤੇਰਾ ਨਾਂ ਕੀ ਹੈ? ਭਾਈ ਹੋਰੀ ਕੋ ਨਾ ਬੋਲਣ, ਤੱਕੀ ਜਾਣ ਤੱਕੀ ਜਾਣ। ਡਾਕਟਰਾਂ ਨੇ ਆਖਿਆ ਤੇਰਾ ਨਾਂ ਕੀ ਹੈ? ਉਹਦੇ ਪੇਪਰ ਕੱਢ ਕੇ ਇਹ ਤੂੰ ਏ? ਕਹਿੰਦੇ ਕੋ ਨਾ ਬੋਲੇ, ਇੰਝ ਲੱਗੇ ਕਿ ਜਿਸ ਤਰ੍ਹਾਂ ਭਾਈ ਹੋਰੀ ਸਾਈਂ ਹੋ ਗਏ ਨੇ ਤੇਰੇ ਨਾਮ ਵਾਲੇ। ਕਹਿੰਦਾ ਕੋ ਡਾਕਟਰਾਂ ਨੇ ਕਾਫੀ ਜ਼ੋਰ ਲਾਇਆ, ਫਿਰ ਸਪੈਸ਼ਲ ਲਿਆਂਦਾ ਜਿਹੜਾ ਮਾਇੰਡ ਪੜ੍ਹਨ ਵਾਲਾ ਹੁੰਦਾ ਹੈ, ਉਹ ਫਿਰ ਵੀ ਭਾਈ ਨਾਲ ਗੱਲ ਕਰੇ, ਕੋਈ ਨਾ ਗੱਲ। ਕਹਿੰਦਾ ਫਿਰ ਡਾਕਟਰਾਂ ਉੱਠ ਕੇ ਖਿਲਾਇਆ ਨਾ ਤੇ ਭਾਈ ਹੋਰੀ ਥੱਲੇ ਟਹਿ ਪਏ। ਕਹਿੰਦੇ ਜਿਸੇ ਥੱਲੇ ਟੱਠੇ ਨਾ, ਉਹ ਕਹਿੰਦੇ ਸ਼ਾਇਦ ਇਹਦੇ ਦਿਮਾਗ ਤੇ ਨਾ ਸੱਟ ਲੱਗੀ ਹੈ, ਜਿਹਦੀ ਵਜ੍ਹਾ ਨਾਲ ਜਿਹੜਾ ਨਾ ਇਹ ਯਕਦਮ ਦਾ ਦਿਮਾਗ ਹਿੱਲ ਗਿਆ ਗੱਡੀ ਦੇ ਝਟਕੇ ਨਾਲ। ਉਹਨਾਂ ਆਖਿਆ ਜੀ ਜਨਾਬ ਇਹਨੂੰ ਥੋੜਾ ਆਰਾਮ ਕਰਨ ਦਿਓ। ਮਹੀਨਾ ਪੂਰਾ ਭਾਈ ਹੋਰੀ ਉੱਥੇ ਹਸਪਤਾਲ ਰਹੇ। ਹਸਪਤਾਲ ਰਹਿਣ ਤੋਂ ਬਾਅਦ ਉਹਨਾਂ ਫਿਰ ਪੁੱਛਿਆ ਤੇਰਾ ਨਾਂ ਕੀ ਹੈ? ਫਿਰ ਭਾਈ ਨੇ ਦੱਸਿਆ, ਇੱਕ ਸਪੈਲਿੰਗ ਦੱਸਿਆ ਆਪਣੇ ਨਾਂ ਦਾ ਤੇ ਉਸ ਤੋਂ ਅਗਲੇ ਸਪੈਲਿੰਗ ਜਿਹੜੇ ਨੇ ਉਹ ਕੋ ਨਾ ਦੱਸੇ। ਡਾਕਟਰਾਂ ਨੇ ਢੇਰ ਕੋਸ਼ਿਸ਼ ਕੀਤੀ ਕਿ ਸ਼ਾਇਦ ਇਹ ਕੋਈ ਗੱਲ ਦੱਸੇ, ਉਹ ਕੋ ਨਾ ਬੋਲੇ ਚੱਲੇ ਅੱਗੂ ਨਾ। ਫਿਰ ਜਿਸ ਵੇਲੇ ਫਿਰ ਖਿਲਾਵਣ, ਫਿਰ ਭਾਈ ਹੋਰੀ ਟਹਿ ਪੈਣ, ਉਹ ਇੱਕ ਸਪੈਲਿੰਗ ਦੱਸੇ ਵਿੱਚੋਂ ਇੱਕ ਖਾ ਜੇ, ਇੱਕ ਫਿਰ ਕੋ ਨਾ ਬੋਲੇ। ਉਹ ਕਾਫੀ ਦੇਰ ਡਰਾਮਾ ਲਾਈ ਰੱਖਿਆ ਉਹਨਾਂ, ਲੇਕਿਨ ਡਾਕਟਰਾਂ ਨੇ ਆਖਿਆ ਕਿ ਸ਼ਾਇਦ ਇਹਦਾ ਦਿਮਾਗ ਤੇ ਨਾ ਉਹ ਦਿਮਾਗ ਇਹਦਾ ਹਿੱਲ ਗਿਆ ਹੈ, ਜਿਹਦੀ ਵਜ੍ਹਾ ਨਾਲ ਜਿਹੜਾ ਨਾ ਇਹ ਕਰ ਰਿਹਾ ਤੇ ਇਹਨੂੰ ਆਰਾਮ ਦੀ ਜ਼ਰੂਰਤ ਹੈ, ਇਹਨੂੰ ਆਰਾਮ ਕਰਨ ਦਿਓ ਤੇ ਫਿਰ ਠੀਕ ਹੋ ਜਾਏਗਾ। ਡਾਕਟਰਾਂ ਨੇ ਆਪਣੇ ਕੋਲ ਰੱਖਿਆ। 6 ਮਹੀਨੇ ਭਾਈ ਹੋਰੀ ਉੱਥੇ ਰਹੇ। ਗੌਰਮੈਂਟ ਪੈਸੇ ਦਿੰਦੀ ਰਹੀ ਹੈ ਭਾਈ ਹੋਰਾਂ ਨੂੰ, ਇੰਸ਼ੋਰੈਂਸ ਪੈਸੇ ਦਿੰਦੀ ਰਹੀ ਹੈ, ਲੇਕਿਨ 6 ਮਹੀਨੇ ਬਾਅਦ ਵੀ ਮਜਾਲ ਹੈ ਭਾਈ ਹੋਰੀ ਉੱਥੋਂ ਹੀ ਲੈ ਆਉਣ। ਨਿੱਕਾ ਭਰਾ ਦੁਕਾਨ ਚਲਾਉਂਦਾ ਰਿਹਾ ਸਕੂਨ ਨਾਲ, ਲੇਕਿਨ ਭਾਈ ਹੋਰੀ ਨਹੀਂ ਉੱਥੋਂ ਹੀ ਲੈ। ਉਹ ਜਨਾਬ ਜਿਸ ਵੇਲੇ ਇੰਸ਼ੋਰੈਂਸ ਵਾਲੇ ਆਏ, ਉਹਨਾਂ ਆ ਕੇ ਦੇਖਿਆ ਕਿ ਬੰਦੇ ਦੀ ਵਾਕਈ ਡਾਕਟਰਾਂ ਲਿਖ ਕੇ ਦਿੱਤਾ। ਉਹਨਾਂ ਆਖਿਆ ਜੀ ਇਹ ਬੰਦਾ ਫਿਲਹਾਲ ਕੰਮ ਨਹੀਂ ਕਰ ਸਕਦਾ, ਇਹਨੂੰ ਜਿਹੜਾ ਨਾ 3-4 ਸਾਲ ਇਹ ਕੰਮ ਨਹੀਂ ਕਰ ਸਕਦਾ, ਕਿਉਂਕਿ ਇਹਦਾ ਦਿਮਾਗ ਤੇ ਜਿਹੜਾ ਬੋਝ ਪਿਆ ਨਾ, ਜਿਹੜਾ ਝਟਕਾ ਲੱਗਿਆ, ਅਗਰ ਮਜ਼ੀਦ ਇਹਦੇ ਦਿਮਾਗ ਤੇ ਬੋਝ ਪਿਆ ਨਾ ਤਾਂ ਇਹਦਾ ਦਿਮਾਗ ਮਫਲੂਜ ਵੀ ਹੋ ਸਕਦਾ। ਇਸ ਵਾਸਤੇ ਇਹਨੂੰ ਕੰਮ ਨਾ ਕਰਨ ਦਿੱਤਾ ਜਾਏ। ਉਹ ਜਨਾਬ ਇੰਸ਼ੋਰੈਂਸ ਨੂੰ ਪੈਸੇ ਪਏ, ਚੰਗੇ ਭਲੇ ਪੈਸੇ ਪਏ। ਉਹਨਾਂ ਇੰਸ਼ੋਰੈਂਸ ਵਾਲਿਆਂ ਪੈਸੇ ਦਿੱਤੇ। ਉਹਨਾਂ ਨੇ ਆਖਿਆ ਜੀ ਅਸੀਂ ਇਹਦਾ ਚੈੱਕਅਪ ਵੀ ਕਰਵਾਵਾਂਗੇ। ਉਹਨਾਂ ਬੜੀ ਕੋਸ਼ਿਸ਼ ਕੀਤੀ, ਲੈ ਕੇ ਵੀ ਗਏ।
ਉਹਨਾਂ ਸਾਰੇ ਲੇਕਿਨ ਭਾਈ ਹੋਰੀ ਮਜਾਲ ਹੈ, ਭਾਈ ਹੋਰੀ ਵਿਨ ਹੋ ਗਏ। ਉਹਨਾਂ ਜਨਾਬ ਸਾਰਾ ਪੈਸਾ ਦਿੱਤਾ। ਉਸ ਤੋਂ ਬਾਅਦ ਜਿਹੜਾ ਦੁਕਾਨ ਸੀ ਉਹ ਸਮਝੋ ਕਿ ਦੁਕਾਨ ਦਾ ਜਿਹੜਾ ਨੁਕਸਾਨ ਹੋਇਆ ਭਰਾ ਨੇ ਇਸਤੇਮਾਲ ਕਰ ਲਈ ਲੇਕਿਨ ਚਲਾਉਣ ਲੱਗ ਪਿਆ, ਲੇਕਿਨ ਭਾਈਰਾਂ ਨੂੰ ਉਹ ਪੈਸਾ ਲੱਭ ਗਿਆ। ਜਿਸ ਟਾਈਮ ਫਿਰ ਭਾਈਰਾਂ ਦੇ ਅਕਾਊਂਟ 'ਚ ਪੈਸਾ ਆਇਆ, ਫਿਰ ਭਾਈਰਾਂ ਨੇ ਪੂਰੀ ਯੈਸ਼ੀ ਕੀਤੀ ਹੈ। ਫਿਰ ਗੌਰਮੈਂਟ ਨੇ ਦੁਕਾਨ ਦਾ ਪੈਸਾ ਦਿੱਤਾ ਹੈ, ਫਿਰ ਹੋਰ ਵੀ ਢੇਰ ਮਦਦ ਕੀਤੀ ਹੈ, ਫਿਰ ਇਲਾਜ ਸ਼ਾਜ ਵੀ ਹੁੰਦਾ ਰਿਹਾ। ਲੇਕਿਨ ਭਾਈਰਾਂ ਨੇ ਭਾਈ ਠੀਕ ਹੀ ਨਹੀਂ ਹੋਣਾ ਆ, ਤੇ ਫਿਰ ਇਲਾਜ ਕਿਸ ਤਰ੍ਹਾਂ ਹੋਣਾ ਸੀ? ਪੂਰੇ ਜਨਾਬ ਉਹਨਾਂ ਨੇ ਰੁਪਈਏ ਉਹਨਾਂ ਕੋਲ ਲਾਏ, ਰੁਪਈਏ ਲੈ ਕੇ ਆਪਣਾ ਪੂਰਾ ਸੈਟਅਪ ਬਣਾਇਆ, ਪੂਰੇ ਭਾਈ ਪਿਛਾਂ ਵੀ ਕੋਠੀ ਛੋਟੀ ਬਣਾਈ, ਪੈਸਾ ਚੰਗਾ ਲਾਇਆ, ਸਾਰਿਆਂ ਨੂੰ ਸੌਖਿਆਂ ਕਰ ਦਿੱਤਾ। ਸਿਰਫ 3 ਤੋਂ 4 ਸਾਲ ਦੇ ਅੰਦਰ ਅੰਦਰ ਭਾਈ ਇਹ ਹਰ ਬੰਦਾ ਨਹੀਂ ਕਰ ਸਕਦਾ, ਹਰ ਬੰਦੇ ਦਾ ਇਤਨਾ ਦਿਮਾਗ ਨਹੀਂ ਹੋ ਸਕਦਾ ਕਿ ਬੰਦਾ ਇਤਨਾ ਦਿਮਾਗ ਇਸਤੇਮਾਲ ਕਰੇ ਤੇ ਇੰਨੀਆਂ ਚਲਾਕੀਆਂ ਕਰੇ। ਉਹਨਾਂ ਭਾਈਰਾਂ ਨੇ ਕੀਤੀਆਂ ਨੇ ਤੇ ਆਪਣੇ ਕਾਮਯਾਬ ਹੋਏ ਨੇ। ਅਸੀਂ ਤਾਂ ਸਾਰੀ ਜ਼ਿੰਦਗੀ ਮਜ਼ਦੂਰੀ ਕਰਦੇ ਰਹੇ ਹਾਂ ਤੇ ਮਜ਼ਦੂਰੀ ਪੇ ਕਰਦੇ ਹਾਂ, ਨਾ ਸਾਨੂੰ ਇਹੋ ਜਿਹੀਆਂ ਲੁਚਕੁਚੀਆਂ ਆਉਂਦੀਆਂ ਨੇ, ਨਾ ਸਾਡੇ ਕੋਲੋਂ ਹੋਈਆਂ ਨੇ। ਇਹ ਹਰ ਬੰਦਾ ਕਰ ਵੀ ਨਹੀਂ ਸਕਦਾ, ਕਿਉਂਕਿ ਜਿਹਦਾ ਦਿਮਾਗ ਲੂੰਬੜੀ ਜਿਤਨਾ ਹੈ ਉਹ ਹੀ ਬੰਦਾ ਕਰ ਸਕਦਾ। ਅਸੀਂ ਤਾਂ ਮਜ਼ਦੂਰੀ ਕਰਨੀ ਹੈ ਭਾਈ, ਅੱਗੋਂ ਵੀ ਮਜ਼ਦੂਰੀ ਕਰਾਂਗੇ। ਤੇ ਅਗਰ ਮੇਰੀ ਵੀਡੀਓ ਅੱਛੀ ਲੱਗੀ ਹੋਵੇ ਤੇ ਪਲੀਜ਼ ਯਾਰ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ ਹੈ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਕੋਈ ਛੋਟੀ ਮੋਟੀ ਗਲਤੀ ਹੋ ਜੇ ਤੇ ਮਾफ़ ਕਰ ਦਿਆ ਕਰੋ। ਇਤਨੇ ਪ੍ਰੋਫੈਸ਼ਨਲ ਤੇ ਮੈਂ ਵੀ ਨਹੀਂ ਹੈ। ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਤੁਹਾਡੇ ਵਾਸਤੇ ਵੀਡੀਓ ਬਣਾ, ਭਾਵੇਂ ਕੰਮ ਤੇ ਵੀ ਹੋਵਾਂ, ਦਿਲ ਇਹੀ ਹੁੰਦਾ ਕਿ ਵੀਡੀਓ ਲਾਜ਼ਮੀ ਬਣਨੀ ਚਾਹੀਦੀ ਹੈ। ਜਿਨ੍ਹਾਂ ਮੈਨੂੰ ਸਬਸਕ੍ਰਾਈਬ ਕੀਤੇ ਹੈ ਉਹਨਾਂ ਦਾ ਟਾਈਮ ਜ਼ਾਇਆ ਨਹੀਂ ਹੋਣਾ ਚਾਹੀਦਾ, ਉਹਨਾਂ ਨੂੰ ਕਮ ਅਜ਼ ਕਮ ਨਵੀਂ ਤੋਂ ਨਵੀਂ ਇਨਫੋਰਮੇਸ਼ਨ ਲੱਭਣੀ ਚਾਹੀਦੀ ਹੈ। ਬਾਕੀ ਦੁਆਵਾਂ 'ਚ ਯਾਦ ਰੱਖਿਓ, ਆਪਣੀ ਸਿਹਤ ਦਾ ਖਿਆਲ ਰੱਖਿਓ। ਅੱਲਾ ਹਾਫਿਜ਼।